ਉਹ ਸਮੁੰਦਰ ਸੀ, ਸੰਗੀਤ ਦਾ ਸਮੁੰਦਰ ਸੀ। ਹਾਂਜੀ, ਤੇ ਉਹਦੇ ਨਾਲ ਨਾਲ ਜਿਹੜਾ ਇੱਕ ਇਨਸਾਨੀਅਤ ਦਾ ਮਤਲਬ ਉਹਨਾਂ ਦੇ ਅੰਦਰ ਜੋ ਇੱਕ ਸੀਗਾ, ਇੱਕ ਇਨਸਾਨ ਸੀ, ਰੂਹ ਸੀ, ਮਤਲਬ ਉਹ ਐਸੀ ਕਮਾਲ ਦੀ ਸੀ ਕਿ ਮੈਨੂੰ ਲੱਗਦਾ ਹੈ ਜਿਸ ਇਨਸਾਨ ਨੇ ਵੀ ਉਹਦੇ ਨਾਲ 5 ਮਿੰਟ ਵੀ ਇਸ ਪਰਿਵਾਰ ਨਾਲ ਗੁਜ਼ਾਰੇ ਹੈ, ਅੱਜ ਉਹਦੀ ਅੱਖਾਂ 'ਚ ਹੰਝੂ ਨੇ। ਮੇਰੇ 'ਤੇ ਬਹੁਤ ਅਸਰ ਸੀ ਉਹਨਾਂ ਦੀ ਗਾਇਕੀ ਦਾ। ਔਰ ਜਿਵੇਂ ਮੇਰੇ ਫਾਦਰ ਸਾਹਿਬ ਪੂਰੇ ਹੋਏ, ਮੇਰੇ ਸਿਰ 'ਤੇ ਹੱਥ ਰੱਖਿਆ, ਔਰ ਜਦੋਂ ਮੇਰੀ ਮੈਰਿਜ ਹੋਈ, ਆਨੰਦ ਕਾਰਜ ਹੋਏ, ਤਾਂ ਇਹਨਾਂ ਨੂੰ ਇੱਦਾਂ ਮਹਿਸੂਸ ਹੋਇਆ ਕਿ ਹਾਂ ਬੇਟੀ ਦੇ ਫਾਦਰ ਨਹੀਂ ਹੈ, ਅਤੇ ਉੱਥੇ ਉਹ ਆਨੰਦ ਕਾਰਜ 'ਤੇ ਦੋਨੋਂ ਜਣੇ ਆਏ। ਇੱਕ ਦਿਨ ਗੱਲ ਹੋਈ, ਮੈਂ ਕਿਹਾ ਬਾਈ ਜੀ ਮੈਂ ਭੋਗ 'ਤੇ ਕਿਸ ਤਰ੍ਹਾਂ ਬੋਲਾਂ, ਮੈਂ ਤਾਂ ਖੁਸ਼ੀਆਂ ਦੇ ਗੀਤ ਗਾਏ, ਖੁਸ਼ੀਆਂ 'ਚ ਗਈ, ਅਤੇ ਮੈਨੂੰ ਬੜਾ ਮੁਸ਼ਕਿਲ ਲੱਗ ਰਿਹਾ ਹੈ, ਮੈਂ ਭੋਗ 'ਤੇ ਮੈਂ ਕੀ ਬੋਲਾਂ ਜੀ। ਅਤੇ ਮੈਨੂੰ ਅੱਜ ਉਹਨਾਂ ਦੀ ਗੱਲ ਚੇਤੇ ਆ ਰਹੀ ਹੈ ਕਿ ਤੁਰ ਜਾਣਾ ਇਸ ਦੁਨੀਆ ਤੋਂ, ਕਿਸੇ ਨੇ ਇੱਥੇ ਰਹਿਣਾ। ਉਹਨਾਂ ਨੇ ਇਹ ਗੱਲਾਂ ਸੀਗੀਆਂ, ਮੈਨੂੰ ਆਪ ਦੱਸ ਰਹੇ ਨੇ ਕਿ ਬੇਟੇ ਤੂੰ ਇਹ ਬੋਲਣਾ ਹੈ ਕਿ ਜ਼ਿੰਦਗੀ ਜੀਣ ਦੇ 2 ਹੀ ਤਰੀਕੇ ਹੈ, ਕੋਈ ਇਨਸਾਨ ਢੋ ਕੇ ਜ਼ਿੰਦਗੀ ਲੰਘ ਜਾਂਦਾ ਹੈ, ਅਤੇ ਕਦੇ ਕਦੇ ਮਿਸਾਲ ਬਣਦੀ ਹੈ। ਉਹਨਾਂ ਦੀ ਇੱਕ ਵੱਡੀ ਮਿਸਾਲ ਹੈ ਕਿ ਛੋਟੇ ਜਿਹੇ ਪਿੰਡ ਤੋਂ ਉੱਠ ਕੇ, ਔਰ 3 ਭਰਾ ਸੀਗੇ, ਫਿਰ ਤਰ੍ਹਾਂ ਉਹ ਕੀਰਤਨ ਕਰਦੇ ਸੀਗੇ, ਔਰ ਇੱਕ ਟਾਈਮ ਪੈਰ 'ਚ ਜੁੱਤੀ ਵੀ ਨਹੀਂ ਸੀ ਪਾਉਣ ਨੂੰ, ਅਤੇ ਕਿਤੇ ਫਿਰ ਐਡਾ ਸਿਕੰਦਰ ਬਣ ਕੇ ਦੁਨੀਆ 'ਤੇ ਨਾਂ ਕੀਤਾ, ਔਰ ਬਹੁਤ ਮਿਹਨਤ ਕੀਤੀ। ਉਹਨਾਂ ਨੂੰ ਸਲਿਊਟ ਹੈ। ਔਰ ਬਹੁਤ ਜਿਹੜੇ ਅੱਜ ਦੇ ਜੋ ਸਾਡੇ ਬੱਚੇ ਹੈ, ਉਹ ਇੱਕ ਮਿਸਾਲ ਨੇ। ਉਹਨਾਂ ਦੇ ਲਾਈਫ ਬਾਰੇ ਪੜ੍ਹੋ, ਜਾਣੋ, ਔਰ ਇਸੇ ਤਰ੍ਹਾਂ ਮਿਹਨਤ ਕਰਕੇ ਔਰ ਕਿੱਥੋਂ ਕਿੱਥੇ ਉਹ ਪਹੁੰਚੇ ਹੈ। ਅੱਜ ਆਪਾਂ ਸਾਰਿਆਂ ਨੂੰ ਉਹਨਾਂ 'ਤੇ ਮਾਣ ਹੈ। ਬੇਹੱਦ ਸੁਰੀਲੇ ਗਾਇਕ ਸਰਦੂਲ ਸਿਕੰਦਰ ਦੇ ਇੱਕ ਅਧਿਆਇ ਦਾ ਅੰਤ ਹੋ ਚੁੱਕਿਆ। ਮੇਰੇ ਨਾਲ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਜੀ ਨੇ। ਗੱਲਬਾਤ ਕਰਦੇ ਹਾਂ। ਮੈਮ, ਹੁਣੇ ਹੰਸਰਾਜ ਜੀ ਨਾਲ ਮੁਲਾਕਾਤ ਹੋਈ ਹੈ, ਉਹ ਕਹਿੰਦੇ ਵੀ ਇਸ ਦੁਨੀਆ 'ਤੇ 2 ਸਿਕੰਦਰ ਆਏ ਨੇ, ਇੱਕ ਨੇ ਤਲਵਾਰ ਨਾਲ ਦੁਨੀਆ ਜਿੱਤੀ, ਇੱਕ ਨੇ ਸੁਰਾਂ ਨਾਲ। ਇਸ 'ਚ ਕੋਈ ਦੋ ਰਾਏ ਨਹੀਂ ਜੀ, ਕਿਉਂਕਿ ਸਰਦੂਲ ਸਿਕੰਦਰ ਜੀ ਵਾਕਈ ਉਹ ਦਿਲਾਂ 'ਤੇ ਹਮੇਸ਼ਾ ਰਹਿਣਗੇ। ਔਰ ਮੈਂ ਸਮਝਦੀ ਹਾਂ ਕਿ ਐਜ਼ ਅ ਹਿਊਮਨ ਬੀਇੰਗ ਉਹ ਇੱਕ ਬਹੁਤ ਅੱਛੇ ਇਨਸਾਨ ਸੀ। ਜਿੰਨੇ ਅੱਛਾ ਉਹ ਗਾਉਂਦੇ ਸੀ, ਉਹ ਤਾਂ ਮਤਲਬ ਅਸੀਂ ਉਹਨੂੰ ਮਾਪ ਵੀ ਨਹੀਂ ਸਕਦੇ, ਕਿਉਂਕਿ ਜੋ ਸਵਰਾਂ ਉਹ ਲਾ ਗਏ, ਜਾਂ ਜਿਸ ਉਹ ਸਮੁੰਦਰ ਸੀ, ਸੰਗੀਤ ਦਾ ਸਮੁੰਦਰ ਸੀ। ਹਾਂਜੀ, ਅਤੇ ਉਹਦੇ ਨਾਲ ਨਾਲ ਜਿਹੜਾ ਇੱਕ ਇਨਸਾਨੀਅਤ ਦਾ ਮਤਲਬ ਉਹਨਾਂ ਦੇ ਅੰਦਰ ਜੋ ਇੱਕ ਸੀਗਾ, ਇੱਕ ਇਨਸਾਨ ਸੀ, ਰੂਹ ਸੀ, ਮਤਲਬ ਉਹ ਐਸੀ ਕਮਾਲ ਦੀ ਸੀ ਕਿ ਮੈਨੂੰ ਲੱਗਦਾ ਹੈ ਜਿਸ ਇਨਸਾਨ ਨੇ ਵੀ ਉਹਦੇ ਨਾਲ 5 ਮਿੰਟ ਵੀ ਇਸ ਪਰਿਵਾਰ ਨਾਲ ਗੁਜ਼ਾਰੇ ਹੈ, ਅੱਜ ਉਹਦੀ ਅੱਖਾਂ 'ਚ ਹੰਝੂ ਨੇ। ਔਰ ਮੇਰਾ ਤਾਂ ਬਚਪਨ ਤੋਂ ਮੈਂ ਇਸ ਪਰਿਵਾਰ ਨਾਲ ਜੁੜੀ ਰਹੀ ਹਾਂ ਜੀ। ਬਹੁਤ ਛੋਟੀ ਸੀ, ਇਹਨਾਂ ਦੇ ਵਿਆਹ 'ਤੇ ਵੀ ਮੈਂ ਆਈ ਸੀ, ਔਰ ਮੈਂ ਉਦੋਂ ਵੀ ਗਾਇਆ ਸੀ ਇੱਕ ਗੀਤ, ਅਤੇ ਉਦੋਂ ਮੇਰੀ ਬਿਲਕੁਲ ਮੈਂ ਬੱਚੀ ਸੀ, ਮੇਰੀ ਸ਼ੁਰੂਆਤ ਸੀ। ਹਮੇਸ਼ਾ ਇਹਨਾਂ ਦੀ ਸਟੇਜ 'ਤੇ ਵੀ ਮੈਂ ਇੱਕ ਗੀਤ ਗਾਇਆ। ਔਰ ਸਾਡੀ ਸਾਊਂਡ ਜਿਹੜੀ ਬਿੱਟੂ ਸਾਊਂਡ ਹੁੰਦੀ ਸੀ, ਜੋ ਭਾਜੀ ਹਮੇਸ਼ਾ ਉਹੀ ਰੱਖਦੇ ਸੀ ਖੰਨੇ ਤੋਂ। ਔਰ ਮੈਂ ਸਮਝਦੀ ਹਾਂ ਉਸ ਤੋਂ ਬਾਅਦ ਅਸੀਂ ਸਾਊਂਡ ਵੀ ਉਹੀ ਕਰਕੇ, ਜਦੋਂ ਮੇਰਾ ਇੰਡੀਵਿਜੂਅਲੀ ਨਾਮ ਬਣਿਆ, ਤਾਂ ਮੇਰੇ 'ਤੇ ਬਹੁਤ ਅਸਰ ਸੀ ਉਹਨਾਂ ਦੀ ਗਾਇਕੀ ਦਾ। ਔਰ ਜਿਵੇਂ ਮੇਰੇ ਫਾਦਰ ਸਾਹਿਬ ਪੂਰੇ ਹੋਏ, ਮੇਰੇ ਸਿਰ 'ਤੇ ਹੱਥ ਰੱਖਿਆ, ਔਰ ਜਦੋਂ ਮੇਰੀ ਮੈਰਿਜ ਹੋਈ, ਆਨੰਦ ਕਾਰਜ ਹੋਏ, ਤਾਂ ਇਹਨਾਂ ਨੂੰ ਇੱਦਾਂ ਮਹਿਸੂਸ ਹੋਇਆ ਕਿ ਹਾਂ ਬੇਟੀ ਦੇ ਫਾਦਰ ਨਹੀਂ ਹੈ, ਅਤੇ ਉੱਥੇ ਉਹ ਆਨੰਦ ਕਾਰਜ 'ਤੇ ਦੋਨੋਂ ਜਣੇ ਆਏ। ਸੋ ਇਸ ਤਰ੍ਹਾਂ ਦੀ ਨਿੱਘ ਇਹ ਇਨਸਾਨ ਉਹ ਸੀ ਜਿਹਨੂੰ ਜਿਹੜਾ ਕਿ ਪੂਰਾ ਉੱਥੇ ਪੂਰਤੀ ਕਰਦੇ ਸੀ ਜਿੱਥੇ ਜਿਹੜੇ ਇਨਸਾਨ ਨੂੰ ਲੋੜ ਹੈ। ਉਹਨਾਂ ਨੂੰ ਪਤਾ ਸੀ ਕਿ ਅੱਜ ਉਹਦੀ ਜ਼ਿੰਦਗੀ 'ਚ ਕਿੱਡਾ ਵੱਡਾ ਦਿਨ ਹੈ, ਔਰ ਅੱਜ ਉੱਥੇ ਫਾਦਰ ਨਹੀਂ ਹੈ, ਤਾਂ ਉੱਥੇ ਮੇਰਾ ਹੋਣਾ ਜ਼ਰੂਰੀ ਹੈ। ਇਹ ਭਾਵਨਾ ਨਾਲ, ਔਰ ਮੇਰੀ ਮੈਰਿਜ ਦੀ ਸਟੇਜ 'ਤੇ ਇਹਨਾਂ ਨੇ ਕਿਹਾ ਕਿ ਅੱਜ ਜੇ ਬੇਟੀ ਦੇ ਪਾਪਾ ਹੁੰਦੇ ਤਾਂ ਉਹ ਦੇਖਦੇ ਕਿ ਮੇਰੀ ਧੀ ਨੇ ਕਿੱਡਾ ਵੱਡਾ ਨਾਮ ਬਣਾਇਆ। ਸੋ ਉਹ ਗੱਲਾਂ ਅੱਜ ਮੇਰੇ ਕੰਨਾਂ 'ਚ ਨੇ। ਇੱਕ ਉਹ ਇਨਸਾਨ ਜਿਸ ਦੀ ਅਸੀਂ ਆਪਣੇ ਮਾਤਾ ਪਿਤਾ ਵਾਂਗੂ ਇੱਜ਼ਤ ਕੀਤੀ, ਜਿਸ ਤੋਂ ਅਸੀਂ ਬਹੁਤ ਕੁਝ ਸਿੱਖਿਆ। ਸੋ ਹੁਣ ਅਰਦਾਸਾਂ ਨੇ ਕਿ ਸੱਚੇ ਪਾਤਸ਼ਾਹ। ਯਾਦਾਂ ਤਾਂ ਬਹੁਤ ਹੁੰਦੀਆਂ, ਮੈਂ ਕਹਿੰਦੀ ਹਾਂ ਜਿਵੇਂ ਜਦੋਂ ਬਚਪਨ ਦੀ ਸਾਂਝ ਦੀ ਮੈਂ ਗੱਲ ਕਰ ਰਹੀ ਹਾਂ, ਤਾਂ ਮਤਲਬ ਕੋਈ ਹੱਦ ਹੀ ਨਹੀਂ ਹੈ। ਕਿੰਨੇ ਪਲ ਨੇ ਜਿਹੜੇ ਕਿ ਡਿਸਕਰਾਈਬ ਕਰਨੇ ਔਖੇ ਨੇ। ਇਹ ਥੋੜ੍ਹੀ ਜਿਹੀ ਮੈਂ ਤੁਹਾਨੂੰ ਦੱਸਿਆ। ਔਰ ਤੁਸੀਂ ਸੱਚ ਜਾਣਿਓ, ਪਿੱਛੇ ਜੇ ਮੈਂ ਜਦੋਂ ਪੋਲੀਟੀਕਲੀ ਮੈਨੂੰ ਚਾਂਸ ਮਿਲ ਗਿਆ, ਅਤੇ ਮੈਂ ਇੱਕ ਦਿਨ ਗੱਲ ਹੋਈ, ਮੈਂ ਕਿਹਾ ਬਾਈ ਜੀ ਮੈਂ ਭੋਗ 'ਤੇ ਕਿਸ ਤਰ੍ਹਾਂ ਬੋਲਾਂ, ਕਿ ਮੈਂ ਤਾਂ ਖੁਸ਼ੀਆਂ ਦੇ ਗੀਤ ਗਾਏ, ਖੁਸ਼ੀਆਂ 'ਚ ਗਈ, ਅਤੇ ਮੈਨੂੰ ਬੜਾ ਮੁਸ਼ਕਿਲ ਲੱਗ ਰਿਹਾ, ਮੈਂ ਭੋਗ 'ਤੇ ਮੈਂ ਕੀ ਬੋਲਾਂ ਜੀ। ਅਤੇ ਮੈਨੂੰ ਅੱਜ ਉਹਨਾਂ ਦੀ ਗੱਲ ਚੇਤੇ ਆ ਰਹੀ ਹੈ ਕਿ ਤੁਰ ਜਾਣਾ ਇਸ ਦੁਨੀਆ ਤੋਂ, ਕਿਸੇ ਨੇ ਇੱਥੇ ਰਹਿਣਾ।
ਉਹਨਾਂ ਨੇ ਇਹ ਗੱਲਾਂ ਸੀਗੀਆਂ, ਮੈਨੂੰ ਆਪ ਦੱਸ ਰਹੇ ਨੇ ਕਿ ਬੇਟੇ ਤੂੰ ਇਹ ਬੋਲਣਾ ਹੈ ਕਿ ਜ਼ਿੰਦਗੀ ਜੀਣ ਦੇ ਦੋ ਹੀ ਤਰੀਕੇ ਹੈ। ਕੋਈ ਇਨਸਾਨ ਢੋਕੇ ਜ਼ਿੰਦਗੀ ਲੰਘ ਜਾਂਦਾ ਹੈ ਤੇ ਕਦੇ ਕਦੇ ਮਿਸਾਲ ਬਣਦੀ ਹੈ ਜ਼ਿੰਦਗੀ। ਤੁਸੀਂ ਪੋਲੀਟੀਕਲੀ ਗੱਲ ਕੀਤੀ ਹੈ, ਪੰਜਾਬ ਸਰਕਾਰ ਇਹਨਾਂ ਦਾ ਜਿਹੜਾ ਹਸਪੀਟਲ ਦਾ 10 ਲੱਖ ਦਾ ਬਿੱਲ ਦੇਣ ਦਾ ਵੀ ਐਲਾਨ ਕੀਤਾ। ਇਹ ਬਹੁਤ ਅੱਛੀ ਗੱਲ ਹੈ ਜੀ। ਅਸੀਂ ਤਾਂ ਇਹ ਵੀ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ, ਆਪਣੀ ਸਰਕਾਰ ਨੂੰ ਵੀ ਕਹਿੰਦੇ ਹਾਂ, ਬਾਕੀ ਵੀ ਜਿੰਨੇ ਵੀ ਆਰਟਿਸਟ ਲੋਕ ਨੇ, ਇੰਨੀਆਂ ਪਿਆਰੀਆਂ ਰੂਹਾਂ ਨੇ, ਉਹਨਾਂ ਦੀ ਹਰ ਤਰ੍ਹਾਂ ਮਦਦ ਹੋਣੀ ਚਾਹੀਦੀ ਹੈ। ਔਰ ਇਹ ਬਹੁਤ ਅੱਛਾ ਉਪਰਾਲਾ ਹੈ। CM ਸਾਹਿਬ ਦਾ ਧੰਨਵਾਦ ਹੈ ਕਿ ਉਹਨਾਂ ਨੂੰ ਇਸ ਦੁੱਖ ਨੂੰ ਸਮਝਦੇ ਹੋਏ ਪਰਿਵਾਰ ਦੀ ਮਦਦ ਕੀਤੀ। ਦੇਖੋ, ਜਾਣਾ ਤਾਂ ਬੇਟੀ ਜੀ ਸਭ ਨੇ ਹੈ, ਬੇਵਕਤ ਚਲੇ ਜਾਣਾ, ਬੱਚੇ ਵੀ ਗੱਲਾਂ ਹੁੰਦੀਆਂ ਕਿ ਹਜੇ ਬੱਚਿਆਂ ਨੂੰ ਵਿਆਹੁਣ ਦੀਆਂ ਗੱਲਾਂ ਹੁੰਦੀਆਂ ਸੀ ਔਰ ਇਸ ਤਰ੍ਹਾਂ ਦਾ ਦੁੱਖਾਂ ਦਾ ਪਹਾੜ ਟੁੱਟ ਗਿਆ। ਮੈਂ ਤਾਂ ਜੀ ਖੁਦ, ਅਸੀਂ ਪਿੱਛੇ ਜੇ ਮਾਛੀਵਾੜੇ ਇੱਕ ਪ੍ਰੋਗਰਾਮ ਦੌਰਾਨ ਮਿਲੇ ਸੀ, ਨੂਰੀ ਜੀ, ਬੱਚੇ ਸਾਰੇ ਉੱਥੇ ਆਨੰਦ ਪਰਿਵਾਰ ਨਾਲ ਇੱਕ ਪ੍ਰੋਗਰਾਮ ਦੌਰਾਨ ਸਾਰੇ, ਮੈਂ ਕਿਹਾ ਵੀ ਦੀਦੀ ਹੁਣ ਤੁਸੀਂ ਬੇਟੇ ਦਾ ਵਿਆਹ ਕਰੋ, ਅਤੇ ਇਸ ਕਰਕੇ ਦੁੱਖ ਹੈ ਕਿ ਉਹ ਖੁਸ਼ੀਆਂ ਦੇ ਉਹ ਹੱਕਦਾਰ ਸੀ, ਇਹ ਖੁਸ਼ੀਆਂ ਉਹ ਦੇਖ ਕੇ ਜਾਂਦੇ ਰੱਬ, ਕਿਉਂਕਿ ਚੰਗੇ ਇਨਸਾਨ ਦੁਨੀਆ ਨੂੰ ਲੋੜ ਹੈ। ਤਾਂ ਮੈਂ ਸਮਝਦੀ ਹਾਂ ਪਰਮਾਤਮਾ ਨੂੰ ਉਹਨਾਂ ਦੀ ਉਮਰ ਲੰਬੀ ਕਰਨੀ ਚਾਹੀਦੀ ਸੀ, ਤਾਂ ਕਿ ਇੰਨਾ ਉਹ ਪਿਆਰ ਵੰਡਦੇ ਸੀ, ਅੱਛੀਆਂ ਗੱਲਾਂ ਦਾ ਸਮੁੰਦਰ। ਕੰਟਰੋਵਰਸੀ ਕਦੇ ਵੀ ਨਹੀਂ। ਹਾਂਜੀ, ਨਹੀਂ ਜੀ, ਮੈਂ ਤੁਸੀਂ ਹਰ ਆਰਟਿਸਟ ਨੂੰ ਜਿਹਨੂੰ ਵੀ ਮਿਲੋਗੇ ਅਤੇ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ। ਮੈਂ ਪ੍ਰੋਫੈਸ਼ਨਲ ਗਾਇਆ, ਤੁਸੀਂ ਦੇਖੋ ਪ੍ਰੋਫੈਸ਼ਨਲ ਉਹਨਾਂ ਤੋਂ ਜਿਵੇਂ ਉਹ ਗਾਉਂਦੇ ਸੀ, ਜਿਵੇਂ ਪਰਫੋਰਮ ਕਰਦੇ ਸੀ, ਮੈਂ ਉਹਨਾਂ ਤੋਂ ਬੜਾ ਕੁਝ ਸਿੱਖਿਆ। ਔਰ ਜੇ ਹੁਣ ਅਸੀਂ ਸਿਆਸੀ ਜੀਵਨ ਵਿੱਚ ਵੀ ਆਏ ਹਾਂ ਤਾਂ ਉਹਨਾਂ ਨੇ ਕਿੰਨੀ ਸੋਹਣੀ ਮੈਨੂੰ ਗੱਲ ਦੱਸੀ ਕਿ ਤੁਸੀਂ ਇਸ ਤਰ੍ਹਾਂ ਲੋਕਾਂ 'ਚ ਜਾਣਾ, ਇਹ ਗੱਲਾਂ ਨੇ ਜੋ ਦੁਨੀਆਵੀ ਚੀਜ਼ਾਂ ਤੋਂ ਹਟ ਕੇ ਰੂਹ ਦੀਆਂ ਗੱਲਾਂ ਸਾਨੂੰ ਉਹਨਾਂ ਨੇ ਜੀਣਾ ਸਿਖਾਇਆ। ਸੋ ਬਹੁਤ ਵੱਡੀ ਸੰਸਥਾ ਸੀਗੇ ਸਰਦੂਲ ਸਿਕੰਦਰ 'ਚ। ਬਹੁਤ ਲੋਕਾਂ ਜਿਹੜੇ ਹੁੰਦੇ ਨੇ ਕਿ ਗੋਲਡਨ ਸਪੂਨ ਮਿਲ ਜਾਂਦਾ ਹੈ, ਇਹ ਤਾਂ ਗਰੀਬ ਪਰਿਵਾਰ 'ਚ ਉੱਠ ਕੇ ਕਿੱਥੇ ਪਹੁੰਚੇ ਨੇ। ਬਿਲਕੁਲ ਜੀ, ਉਹਨਾਂ ਦੀ ਇੱਕ ਵੱਡੀ ਮਿਸਾਲ ਹੈ ਕਿ ਇਸ ਛੋਟੇ ਜਿਹੇ ਪਿੰਡ ਤੋਂ ਉੱਠ ਕੇ, ਔਰ 3 ਭਰਾ ਸੀਗੇ, ਕਿਸ ਤਰ੍ਹਾਂ ਉਹ ਕੀਰਤਨ ਕਰਦੇ ਸੀਗੇ, ਔਰ ਇੱਕ ਟਾਈਮ ਪੈਰ 'ਚ ਜੁੱਤੀ ਵੀ ਨਹੀਂ ਸੀ ਪਾਉਣ ਨੂੰ, ਅਤੇ ਕਿੱਥੇ ਫਿਰ ਐਡਾ ਸਿਕੰਦਰ ਬਣ ਕੇ ਦੁਨੀਆ 'ਤੇ ਨਾਂ ਕੀਤਾ, ਔਰ ਬਹੁਤ ਮਿਹਨਤ ਕੀਤੀ। ਉਹਨਾਂ ਨੂੰ ਸਲਿਊਟ ਹੈ। ਔਰ ਬਹੁਤ ਜਿਹੜੇ ਅੱਜ ਦੇ ਜੋ ਸਾਡੇ ਬੱਚੇ ਹੈ ਉਹ ਇੱਕ ਮਿਸਾਲ ਨੇ, ਉਹਨਾਂ ਦੇ ਲਾਈਫ ਬਾਰੇ ਪੜ੍ਹੋ, ਜਾਣੋ, ਔਰ ਇਸੇ ਤਰ੍ਹਾਂ ਮਿਹਨਤ ਕਰਕੇ ਔਰ ਕਿੱਥੋਂ ਕਿੱਥੇ ਉਹ ਪਹੁੰਚੇ ਹੈ। ਅੱਜ ਆਪਾਂ ਸਾਰਿਆਂ ਨੂੰ ਉਹਨਾਂ 'ਤੇ ਮਾਣ ਹੈ। ਔਰ ਮੈਂ ਉਹਨਾਂ ਦੇ ਪਰਿਵਾਰ ਦਾ ਜ਼ਿਕਰ ਖਾਸ ਕੀਤਾ, ਤਾਂ ਜੇ ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਪਰਿਵਾਰ ਤੇ ਦੋਨੇ ਤਿੰਨੇ ਭੈਣਾਂ ਤੇ ਭਰਾਵਾਂ ਦੇ ਕੰਠ ਦੇ ਵਿੱਚ ਸਰਸਵਤੀ ਦਾ ਵਾਸ ਸੀ, ਫਿਰ ਸੁਰੀਲੇ ਸੀ। ਇਹ ਕੁਦਰਤ ਦੀ ਕਿਰਪਾ ਹੈ ਜੀ। ਮੈਨੂੰ ਤਾਂ ਬਹੁਤ ਗੱਲਾਂ ਉਹਨਾਂ ਦੀਆਂ ਯਾਦ ਨੇ, ਸਗੋਂ ਬਈ ਕੈਸਾ ਉਹਨਾਂ ਨੇ ਗਾਉਣਾ, ਵੈਸਾ ਅਸੀਂ ਤਾਂ ਸਮਝ ਵੀ ਨਹੀਂ ਸੀ ਪਾਉਂਦੇ, ਉਹ ਕਿਹੜੇ ਸਵਰ ਲਾ ਜਾਂਦੇ ਸੀ, ਸਮਝ ਵੀ ਨਹੀਂ ਸੀ ਆਉਂਦੀ। ਅਤੇ ਕਹਿਣਾ ਭਾਜੀ ਕਦੇ ਅਸੀਂ ਅੱਛਾ ਗਾ ਪਾਵਾਂਗੇ ਤੁਹਾਡੇ ਵਾਂਗ, ਨਹੀਂ ਬੇਟਿਆ, ਮੈਨੂੰ ਬੇਟਿਆ ਕਹਿੰਦੇ ਸੀ। ਮੇਰੇ ਫਾਦਰ ਵੀ ਇਸੇ ਤਰ੍ਹਾਂ ਮੈਨੂੰ ਬੁਲਾਉਂਦੇ ਸੀ, ਇੱਦਾਂ ਹੀ ਉਹ ਮੈਨੂੰ ਸੰਬੋਧਨ ਕਰਕੇ ਬੜੇ ਹੀ ਨਿੱਘ ਨਾਲ ਸਿਰ 'ਤੇ ਹੱਥ ਧਰ ਕੇ। ਆਪਦੀ ਭੂਮਿਕਾ ਨਿਭਾਈ ਹੈ ਸਰਦੂਲ, ਹਮੇਸ਼ਾ ਜੀ, ਹਮੇਸ਼ਾ। ਬਹੁਤ ਮਿਹਰਬਾਨੀ। ਬੇਹੱਦ ਭਾਵੁਕ ਸਮਾਂ ਜ਼ਰੂਰ ਹੈ। ਹਰ ਇੱਕ ਪੰਜਾਬੀ ਇੰਡਸਟਰੀ ਨਾਲ ਜੁੜਿਆ ਹੋਇਆ ਸ਼ਖਸ, ਚਾਹੇ ਉਹ ਐਕਟਰ ਹੋਣ, ਚਾਹੇ ਉਹ ਗਾਇਕ ਹੋਣ, ਉਹ ਇਸ ਖੇੜੀ ਨੌਤ ਸਿੰਘ ਸਰਦੂਲ ਸਿਕੰਦਰ ਦੇ ਜੱਦੀ ਪਿੰਡ ਪਹੁੰਚ ਰਹੇ ਨੇ। ਸਤਵਿੰਦਰ ਬਿੱਟੀ ਦਾ ਕਹਿਣਾ ਹੈ ਕਿ ਸਰਦੂਲ ਹਮੇਸ਼ਾ ਮੇਰੇ ਬਾਪ ਦੀ ਭੂਮਿਕਾ 'ਚ ਰਹੇ ਨੇ। ਕੈਮਰਾਮੈਨ ਕਮਲ ਜੀ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ।